अस्सलाम वालेकुम दोस्तों, मैं एहसान बारी ਤੇ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਕਲਾਸਿਕ ਟੀਵੀ। ਅੱਜ ਦੇ ਪ੍ਰੋਗਰਾਮ ਸ਼ੇਰੋ ਅਦਬ ਦੇ ਵਿੱਚ ਸਾਡੇ ਨਾਲ ਮਹਿਮਾਨ ਨੇ ਜਨਾਬ ਬਰਕਤੁੱਲਾ ਬਰਕਤ ਸਾਹਿਬ, ਪੰਜਾਬੀ ਜ਼ਬਾਨ ਦੇ ਵੱਡੇ ਸ਼ਾਇਰ ਨੇ, ਵੈੜੀ ਤੋਂ ਹੀ ਤਲਕ ਰੱਖਦੇ ਨੇ। ਅੱਜ ਦੇ ਪ੍ਰੋਗਰਾਮ 'ਚ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਔਰ ਇਹਨਾਂ ਦੀ ਜਿਹੜੀ ਸ਼ੇਰੋ ਅਦਬ ਦੀ ਸੂਰਤ ਹਾਲ ਹੈ, ਕਿਦੋਂ ਸ਼ੁਰੂ ਕੀਤਾ, ਕਿੱਥੋਂ ਤੱਕ ਪਹੁੰਚੇ, ਉਹਦੇ ਉੱਪਰ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। अस्सलाम वालेकुम बरकत साहब, मेहरबानी। ਤੁਸੀਂ ਸੁਣਾਓ, ਖੈਰੀਅਤ ਦੇ ਨਾਲ? ਅਲਹਮਦੁਲਿਲਾ ਬਿਲਕੁਲ ਠੀਕ ਠਾਕ। ਤੇ ਬਰਕਤ ਸਾਹਿਬ ਕੁਝ ਆਪਣੇ ਬਾਰੇ 'ਚ ਦੱਸੋ, ਸ਼ਾਇਰੀ ਵੱਲ ਕਿੱਦਾਂ ਆ ਗਏ? ਸਭ ਤੋਂ ਪਹਿਲੇ ਤੇ ਮੈਂ ਕਲਾਸਿਕ ਟੀਵੀ ਦੇ तमाम ਸੁਣਨ ਵਾਲਿਆਂ ਨੂੰ अस्सलाम वालेकुम। ਮੈਂ ਸਨ 97 ਦੇ ਵਿੱਚ ਮੇਲਾ ਅੱਖੀਆਂ ਦਾ ਕਿਤਾਬ ਅਨਵਰ ਮਸੂਦ ਸਾਹਿਬ ਦੀ ਉਹ ਪੜ੍ਹੀ ਸੀ, ਤੇ ਜਿੱਦਾਂ ਜਿੱਦਾਂ ਹੀ ਮੈਂ ਕਿਤਾਬ ਪੜ੍ਹਦਾ ਗਿਆ ਮੇਰੇ ਅੰਦਰ ਦਾ ਸ਼ਾਇਰ ਬਾਹਰ ਆ ਗਿਆ। ਉਸ ਤੋਂ ਬਾਅਦ ਫਿਰ ਮੈਂ ਚੱਲ ਸੋ ਚੱਲ, ਫਿਰ ਮਜ਼ਾਹ ਵੀ ਔਰ ਸੰਜੀਦਾ ਵੀ, ਫਿਰ ਸਿਲਸਿਲਾ ਚੱਲਦਾ ਗਿਆ। ਬਰਕਤ ਸਾਹਿਬ, ਸਾਡੇ ਦੇਖਣ ਵਾਲਿਆਂ ਵਾਸਤੇ ਦੱਸੋ ਕਿ ਤੁਸੀਂ ਪੰਜਾਬੀ ਸ਼ਾਇਰੀ ਕਰਦੇ ਹੋ, ਤੇ ਤੁਸੀਂ ਕਿਹਨੂੰ ਦੇਖ ਕੇ, ਇੱਦਾਂ ਤੁਸੀਂ ਦੱਸਿਆ ਕਿ ਤੁਹਾਡਾ ਅੰਦਰ ਦਾ ਸ਼ਾਇਰ ਕਿਸ ਤੋਂ ਜ਼ਿਆਦਾ ਤੁਹਾਨੂੰ ਜਿਹਨੂੰ ਜ਼ਿਆਦਾ ਤੁਸੀਂ ਪੜ੍ਹਿਆ ਜਾਂ ਸੁਣਿਆ, ਤੇ ਫਿਰ ਦੇਖ ਕੇ ਤੁਹਾਡੇ ਅੰਦਰ ਦਾ ਸ਼ਾਇਰ ਜਿਹੜਾ ਸੀ ਨਾ ਉਹ ਬਾਹਰ ਆਇਆ ਔਰ ਤੁਸੀਂ ਪੰਜਾਬੀ ਸ਼ਾਇਰੀ ਸ਼ੁਰੂ ਕੀਤੀ? ਅਸਲ 'ਚ ਮੈਂ ਅਨਵਰ ਮਸੂਦ ਸਾਹਿਬ ਨੂੰ ਹੀ ਆਪਣਾ ਆਈਡਲ ਸਮਝਣਾ ਔਰ ਉਹਨਾਂ ਦੀ ਕਿਤਾਬ ਪੜ੍ਹ ਕੇ ਹੀ ਬਲਕਿ ਮੈਂ ਉਹਨਾਂ ਨੂੰ ਰੂਹਾਨੀ ਉਸਤਾਦ ਸਮਝਣਾ। ਠੀਕ ਹੈ, ਉਹ ਮੇਰੇ ਰੂਹਾਨੀ ਉਸਤਾਦ ਨੇ। ਬਕਾਇਦਾ ਮੈਂ ਉਹਨਾਂ ਦੀ ਕਿਤਾਬ ਪੜ੍ਹ ਕੇ ਜਦੋਂ ਸ਼ਾਇਰ ਬਣਿਆ ਤੇ ਉਹਨਾਂ ਨੂੰ ਹੀ ਉਸ ਤੋਂ ਬਾਅਦ ਫਾਲੋ ਕਰ ਰਿਹਾ ਹਾਂ। ਬਹੁਤ ਅੱਛੇ ਨੇ ਔਰ ਅੱਛਾ ਲਿਖਦੇ ਨੇ, ਔਰ ਉਹਨਾਂ ਤੋਂ ਇਲਾਵਾ ਮੈਨੂੰ ਕੋਈ ਐਡਾ ਨਹੀਂ ਹੈ ਕਿ ਮੈਂ ਸਮਝਦਾ ਹਾਂ ਕਿ ਪੁਰਾਣੇ ਸ਼ਾਇਰਾਂ ਤੋਂ ਬਾਅਦ ਅਗਰ ਪੰਜਾਬੀ 'ਚ ਜ਼ਰੂਰ ਉਹ ਮਜ਼ਾਹ ਲਿਖਦੇ ਨੇ, ਲੇਕਿਨ ਸੰਜੀਦਾ ਸ਼ਾਇਰੀ ਵੀ ਉਹਨਾਂ ਦੀ ਕਮਾਲ ਦੀ ਸ਼ਾਇਰੀ ਹੈ। ਅੱਛਾ, ਮੈਨੂੰ ਇਹ ਦੱਸੋ ਕਿ ਅੱਜ ਤੱਕ ਕਿੰਨੇ ਕੁ ਮੁਸ਼ਾਇਰੇ ਪੜ੍ਹੇ ਔਰ ਕਿੰਨੇ ਕੁ ਸ਼ੇਰ ਕਹੇ, ਜਾਂ ਕਿੰਨੀਆਂ ਕੁ ਤੁਹਾਡੀਆਂ ਕਿਤਾਬਾਂ ਹੁਣ ਤੱਕ ਮੰਜ਼ਰ ਆਮ ਤੇ ਆ ਚੁੱਕੀਆਂ ਨੇ? ਕਿਤਾਬ ਬਾਰੀ ਸਾਹਿਬ ਇੱਕ ਹੀ ਆਈ ਹੈ ਦਿਲ ਦੀਆਂ ਗੱਲਾਂ ਦੇ ਨਾਂ ਤੋਂ, ਤੇ 18 ਸਾਲਾਂ ਤੋਂ ਬਾਅਦ ਇੱਕ ਕਿਤਾਬ ਛਪੀ ਸੀ। ਤੇ ਕਿਤਾਬਾਂ ਬਹੁਤ ਔਖੀਆਂ ਛਪਦੀਆਂ ਨੇ, ਅਗਰ ਆਪਣਾ ਆਪਣਾ ਕਲਾਮ ਹੋਵੇ ਬੰਦੇ ਦਾ ਤੇ ਬਹੁਤ ਔਖਾ ਛਪਦਾ ਹੈ। ਇਸ ਤਰ੍ਹਾਂ ਬੜੀ ਗਹਿਰੀ ਗੱਲ ਕੀਤੀ ਤੁਸੀਂ ਵੀ, ਤੁਹਾਡਾ ਆਪਣਾ ਕਲਾਮ। ਔਰ ਵੈਸੇ ਤੇ ਬੰਦਾ ਚੁੱਕ ਕੇ ਪਾਈਆ ਚੁੱਕ ਕੇ ਛਪਾਈ ਰੱਖਦਾ 6 ਮਹੀਨੇ ਬਾਅਦ, 7 ਸਾਲ ਬਾਅਦ, ਉਹ ਕੋਈ ਮਸਲਾ ਨਹੀਂ ਹੈ। ਲੇਕਿਨ ਇਹ ਹੈ ਵੀ ਅਗਰ ਆਪਣਾ ਕਲਾਮ ਹੋਵੇ ਤੇ ਸਾਲ ਲੱਗ ਜਾਂਦੇ ਨੇ। ਸਹੀ, ਪਿਓਰ ਔਰ ਖਾਲਸ। ਹਾਂਜੀ, ਸ਼ਾਇਰੀ ਆਪਣੀ ਅਗਰ ਹੋਵੇ ਤੇ ਮੇਰੀ ਇੱਕ ਕਿਤਾਬ ਦਿਲ ਦੀਆਂ ਗੱਲਾਂ ਦੇ ਨਾਂ ਤੋਂ ਆਈ ਹੈ, ਔਰ ਉਹਦੇ ਤੇ ਦਬਾਚਾ ਵੀ ਅਨਵਰ ਮਸੂਦ ਸਾਹਿਬ ਨੇ ਲਿਖਿਆ ਹੈ। ਕਿਤੇ ਮੁਸ਼ਾਇਰੇ ਪੜ੍ਹਨ ਦਾ ਇਤਫਾਕ ਹੋਇਆ? ਮੁਸ਼ਾਇਰਾ ਅਲਹਮਦੁਲਿਲਾ ਸਨ 97 ਤੋਂ ਲੈ ਕੇ ਹੁਣ ਤੱਕ ਮੁਸ਼ਾਇਰੇ ਪੜ੍ਹਦੇ ਆ ਰਿਹਾ। ਹੁਣ ਤਕਰੀਬਨ 1.5 ਸਾਲ ਤੋਂ ਮੈਂ ਮੁਸ਼ਾਇਰਿਆਂ 'ਚ ਬਿਲਕੁਲ ਨਹੀਂ ਜਾ ਰਿਹਾ, ਜਦੋਂ ਦਾ ਆਪਣੇ ਇੱਥੇ ਕਾਰੋਬਾਰ ਦੇ ਵਿੱਚ ਪਿਆ। ਹਾਂਜੀ, ਇਤਾਦ ਗਾਰਡਨ ਦੇ ਨਾਂ ਤੋਂ ਟਾਊਨ ਕੱਟਿਆ ਔਰ ਆਪਣੀ ਜ਼ਮੀਨ ਦੇ ਵਿੱਚ। ਮੈਂ ਉਸ ਤੋਂ ਬਾਅਦ ਮੇਰਾ ਖਿਆਲ ਹੈ ਕਿ 1.5 ਸਾਲ ਹੋ ਗਿਆ ਕੋਈ ਮੁਸ਼ਾਇਰਾ ਨਹੀਂ ਪੜ੍ਹਿਆ। ਅੱਛਾ, ਇੱਕ ਦੱਸੋ ਕਿ ਪੰਜਾਬੀ ਹੀ ਤੁਸੀਂ ਜਿਹੜਾ ਉਹਨੂੰ ਸ਼ਾਇਰੀ ਕਰਦੇ ਹੋ, ਉਰਦੂ ਵੱਲ ਕਦੀ ਰੁਝਾਨ ਨਹੀਂ ਹੋਇਆ ਵੀ ਉਰਦੂ 'ਚ ਮੈਂ ਕੁਝ ਲਿਖਾਂ ਜਾਂ ਕਹਾਂ? ਨਹੀਂ, ਉਰਦੂ ਦੇ ਅੰਦਰ ਇਹ ਹੈ ਕਿ ਉਰਦੂ ਇੱਕ ਤੇ ਅਸੀਂ ਉਰਦੂ ਬੋਲਦੇ ਨਹੀਂ, ਮਾਦਰੀ ਜ਼ਬਾਨ ਨਹੀਂ ਹੈਗੀ। ਦੂਸਰਾ ਅਸੀਂ ਪੜ੍ਹੇ ਲਿਖੇ ਨਹੀਂ ਇੰਨੇ, ਤੇ ਕੋਈ ਲਫ਼ਜ਼ ਫਿਰ ਅੱਗੇ ਪਿੱਛੇ ਹੋ ਜਾਵੇ ਤੇ ਉਹਦੇ ਬਾਰੇ 'ਚ ਫਿਰ ਐਵੇਂ ਤੰਗ ਹੋਈਏ। ਪੰਜਾਬੀ ਜਿਹੜੀ ਉਹ ਮਾਦਰੀ ਜ਼ਬਾਨ, ਬਿਹਤਰ ਇਹੀ ਹੈ ਕਿ ਆਸਾਨੀ ਦੇ ਨਾਲ ਜਿਹੜਾ ਹੈਗਾ ਨਾ, ਖੁਦਾ ਦਾ ਸਲਾਹੀਅਤ ਹੈ। ਸਹੀ, ਅਸਲ ਦੇ ਵਿੱਚ ਖੁਦਾ ਦਾ ਸਲਾਹੀਅਤ ਹੈ, ਜੋ ਅਤਾ ਹੁੰਦੀ ਹੈ ਉਹ ਲਿਖ ਛੱਡੀ ਦੀ ਹੈ। ਸ਼ਾਇਰੀ ਵੀ ਇੱਕ ਕਿਤਾਬ ਹੈ ਬੇਸਿਕਲੀ। ਹਾਂਜੀ, ਤੇ ਉਰਦੂ ਕਦੀ ਬੋਲੀ ਨਹੀਂ ਤੇ ਉਹਨੇ ਅਤਾ ਕੀ ਹੋਣਾ? ਸਹੀ, ਪੰਜਾਬੀ ਬੋਲੀ ਦੀ ਹੈ ਤੇ ਪੰਜਾਬੀ 'ਚ ਹੀ ਅਤਾ ਹੁੰਦੀ ਹੈ। ਜ਼ਿਆਦਾ ਤੁਹਾਡਾ ਫੋਕਸ ਵੀ ਜਿਹੜਾ ਜ਼ਿਆਦਾ ਤਵੱਜੋ ਉਹਦੇ ਉੱਤੇ ਹੀ ਪੰਜਾਬੀ ਵਾਲੇ ਪਾਸੇ ਹੀ ਹੈ। ਅੱਛਾ, ਤੇ ਕੋਈ ਦੂਸਰੀ ਕਿਤਾਬ ਦਾ ਕੋਈ ਸੋਚਿਆ ਵੀ ਦੂਸਰੀ ਕਿਤਾਬ ਤੁਹਾਡੀ ਕਦੋਂ ਤੱਕ ਆ ਰਹੀ ਹੈ, ਜਾਂ ਕੋਈ ਇਸ ਹਵਾਲੇ ਨਾਲ ਕੋਈ ਦੱਸੋਗੇ ਸਾਡੇ ਦੇਖਣ ਵਾਲਿਆਂ ਨੂੰ? ਇਨਸ਼ਾਅੱਲਾ ਕੋਸ਼ਿਸ਼ ਤੇ ਹੈ ਵੇ ਕਿ 18 ਸਾਲਾਂ ਬਾਅਦ ਇੱਕ ਕਿਤਾਬ ਆਈ ਸੀ ਤੇ 18 ਸਾਲਾਂ ਬਾਅਦ ਦੂਸਰੀ ਵੀ ਆ ਜਾਏਗੀ, ਕੋਈ ਮਸਲਾ ਨਹੀਂ ਹੈ। ਹੁਣ ਇਹ ਕਿਹੜੇ ਸੰਨ 'ਚ ਆਈ ਸੀ ਕਿਤਾਬ? ਇਹ ਸਨ 15 ਚ ਆਈ ਸੀ। 15 ਤੇ ਹਜੇ ਤੱਕ 4 ਸਾਲ ਲੰਘੇ ਨੇ, ਤੇ ਇਸ ਹਿਸਾਬ ਨਾਲ ਤੁਹਾਡੇ ਜਿਹੜੇ ਕੋਈ ਮਸਲਾ ਨਹੀਂ। ਸ਼ਾਇਰੀ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਨਹੀਂ ਆਉਂਦੀ ਕਿ ਵੀ ਆਈ ਜਾਂਦੀ ਹੈ ਤੇ ਆਈ ਜਾਂਦੀ ਹੈ। ਮਕਸਦ ਵੀ ਤੁਸੀਂ ਕਿਤਾਬਾਂ ਦੇ ਕਾਇਲ ਨਹੀਂ ਹੋ, ਆਪਣੇ ਬਸ ਫੋਕਸ। ਮੈਂ ਅੱਜ ਤੱਕ ਕੋਈ ਕਿਤਾਬ ਨਹੀਂ ਪੜ੍ਹੀ ਸਿਵਾਏ ਮੇਲਾ ਅੱਖੀਆਂ ਤੋਂ, ਕੋਈ ਕਿਤਾਬ ਨਹੀਂ ਪੜ੍ਹੀ। ਔਰ ਮੈਂ ਖੁਦ ਆਪਣਾ ਕਲਾਮ ਜਿਹੜਾ ਹੈਗਾ ਨਾ ਉਹ ਮੈਨੂੰ ਯਾਦ ਹੈ, ਪਹਿਲੇ ਲਫ਼ਜ਼ ਤੋਂ ਲੈ ਕੇ ਆਖਰੀ ਲਫ਼ਜ਼ ਤੱਕ। ਅੱਛਾ ਬਰਕਤ ਸਾਹਿਬ, ਦੱਸੋ ਪਹਿਲਾ ਸ਼ੇਰ ਕੀ ਕਿਹਾ ਸੀ, ਕੋਈ ਯਾਦ ਹੈ ਨਾਜ਼ਰੀਨ ਵਾਸਤੇ? ਮੈਂ ਸਭ ਤੋਂ ਪਹਿਲੇ ਇੱਕ ਨਜ਼ਮ ਲਿਖੀ ਸੀ, ਮਜ਼ਾਈਆ ਨਜ਼ਮ ਸੀ, ਅਨਵਰ ਮਸੂਦ ਸਾਹਿਬ ਦੀ ਕਿਤਾਬ ਪੜ੍ਹਦੇ ਹਾਂ ਸਾਰੀ। ਉਹਦਾ ਨਾਮ ਰੱਖਿਆ ਸੀ ਮੈਂ ਜਾ ਓਏ ਬੱਕਿਆ। ਅੱਛਾ, ਯਾਦ ਹੈ ਤੇ ਸੁਣਾਓ ਫਿਰ। ਹਾਂ, ਮੈਂ ਤੁਹਾਨੂੰ ਸੁਣਾਉਣਾ। ਰਾਤ ਮੇਰੇ ਨਾਲ ਇੱਕ ਵਾਕਿਆ ਜਿਹਾ ਹੋ ਗਿਆ, ਜਿਸ ਵੇਲੇ ਜੱਗ ਸਾਰਾ ਗੂੜੀ ਨੀਂਦੇ ਸੋ ਗਿਆ। ਮੈਂ ਕੱਪੜੇ ਲਾ ਰਿਹਾ ਸਾਂ, ਦੂਜੇ ਪਿਆ ਪਾ ਰਿਹਾ ਸਾਂ, ਹੌਲੀ ਹੌਲੀ ਦਿਲ ਵਿੱਚ ਗੀਤ ਪਿਆ ਗਾ ਰਿਹਾ ਸਾਂ।
ਤੇ ਬਾਹਰ ਗਲੀ ਵਿੱਚ ਇੱਕ ਰੌਲਾ ਜਿਹਾ ਪਿਆ ਸੀ। ਉਸੇ ਵੇਲੇ ਨੱਸ ਕੇ ਮੈਂ ਬਾਹਰ ਯਾਰੋ ਗਿਆ ਸੀ। 2-3 ਮੁੰਡੇ ਸਨ, ਇੱਕ ਯਾਰੋ ਕੁੜੀ ਸੀ। ਕੁੜੀ ਉਹ ਕਾਦੀ ਨੀਰੀ ਜ਼ਹਿਰ ਦੀ ਉਹ ਕੁੜੀ ਸੀ ਤੇ ਮੁੰਡੇ ਤਿੰਨੇ ਉਸ ਨੂੰ ਤੰਗ ਪੈ ਕਰਦੇ ਸੀ। ਛੁੱਟ ਨੱਸਦੀ ਸੀ, ਭੱਜ ਫੜਦੇ ਸੀ। ਵੇਖ ਕੇ ਸਭ ਮੈਨੂੰ ਗੁੱਸਾ ਜਿਹਾ ਆ ਗਿਆ। ਅੱਗੇ ਮੈਂ ਵਧਿਆ ਤੇ ਮੁੰਡਿਆਂ ਤੇ ਛਾ ਗਿਆ। ਇੱਕ ਤੇ ਘਸੁੰਨ ਦਿੱਤਾ, ਦੂਸਰੇ ਦੇ ਲੱਤ ਸੀ, ਤੀਸਰੇ ਦੀ ਮੇਰੇ ਨਾਲੋਂ ਵੱਡੀ ਜੱਤ ਸੀ। ਬਾਲਾਂ ਤੋਂ ਮੈਂ ਫੜਿਆ ਤੇ ਲੰਮਾ ਉੱਥੇ ਪਾ ਲਿਆ। ਨਾਲ ਦੇ ਆਣ ਕੇ ਉਹ ਮੇਰੇ ਤੋਂ ਛੁਡਾ ਲਿਆ। ਛੁੱਟਦਿਆਂ ਸਾਰ ਉਹ ਤਿੰਨੋਂ ਜਾਣੇ ਨੱਸ ਪਏ। ਯਾਰ ਹੋਰਾਂ ਕੁੜੀ ਵੱਲ ਵੇਖਿਆ ਤੇ ਹੱਸ ਪਏ। ਘੁੱਪ ਹਨੇਰਾ ਸੀ ਤੇ ਸੁੰਨਸਾਨ ਗਲੀ ਸੀ। ਮੈਂ ਉੱਥੇ ਇਕੱਲਾ ਸਾਂ ਜਾਂ ਚੰਬੇ ਦੀ ਉਹ ਕਲੀ ਸੀ। ਪਤਾ ਪੁੱਛਿਆ ਤੇ ਨਾ ਉਹਨੂੰ ਦੱਸਿਆ। ਉਹ ਵੀ ਜ਼ਰਾ ਹੱਸ ਪਈ ਤੇ ਮੈਂ ਵੀ ਥੋੜਾ ਹੱਸਿਆ। ਅੰਦਰ ਮੈਂ ਉਹਨੂੰ ਨਾਲ ਆਪਣੇ ਸਾਹ ਲੈ ਗਿਆ। ਮੰਜੇ ਤੇ ਬਿਠਾ ਦਿੱਤੀ, ਸਾਹਮਣੇ ਮੈਂ ਬਹਿ ਗਿਆ। ਕਾਫੀ ਦੇਰ ਤੱਕ ਅਸਾਂ ਦੁੱਖ ਸੁੱਖ ਫੋਲਦੇ ਰਹੇ। ਹੱਸ ਇੱਕ ਦੂਜੇ ਨਾਲ ਅਸਾਂ ਬੋਲਦੇ ਰਹੇ। ਇੰਨੀ ਦੇਰ ਤੱਕ ਆ ਕੇ ਭਾਈਏ ਨੇ ਜਗਾ ਦਿੱਤਾ। ਸਾਰੀ ਕੀਤੀ ਕਤਰੀ ਤੇ ਪਾਣੀ ਆ ਕੇ ਪਾ ਦਿੱਤਾ। ਇਸ ਤੋਂ ਬਾਅਦ ਯਾਰੋ ਅੱਖ ਮੇਰੀ ਖੁੱਲ ਗਈ। ਵੇਖੀ ਸੀ ਕਹਾਣੀ ਜਿਹੜੀ ਸਾਰੀ ਮੈਨੂੰ ਭੁੱਲ ਗਈ। ਤੇ ਬੇਬੇ ਆ ਕੇ ਕਹਿੰਦੀ, ਪੁੱਤ ਰੋਜ਼ਾ ਨਹੀਂ ਜੇ ਰੱਖਣਾ, ਟਾਈਮ ਥੋੜਾ ਰਹਿ ਗਿਆ ਜੀ, ਉੱਠ ਮੇਰੇ ਮੱਖਣਾ। ਉੱਠ ਕੇ ਮੈਂ ਮੂੰਹ ਧੋਤਾ, ਨਾਲੇ ਰੋਜ਼ਾ ਰੱਖਿਆ। ਆਪਣੇ ਮੈਂ ਆਪ ਨੂੰ ਇਹ ਕਮਾ ਜਾ ਹੋਏ ਵਕਿਆ। ਬਰਕਤ ਯਾਰ ਇਹ ਕੋਈ ਸੱਚੀ ਸਟੋਰੀ ਤੇ ਨਹੀਂ? ਇਹ ਮੇਰੀ ਸਭ ਤੋਂ ਅੱਛਾ, ਮੈਂ ਆਪਣੇ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੂੰ ਦੱਸਣ ਦੇ ਵਿੱਚ ਮੈਨੂੰ ਕੋਈ ਉਹ ਨਹੀਂ ਹੈ ਕਿ ਅਸੀਂ ਪੁਰਾਣੇ ਹਮਸਾਏ ਵੀ ਹਾਂ। ਅਸੀਂ ਜਿੱਥੇ ਇਹਨਾਂ ਦਾ ਬਾਈ ਘਰ ਹੈ, ਅਸੀਂ ਵੀ ਉੱਥੇ ਰਹਿੰਦੇ ਰਹੇ ਬਚਪਨ ਦਾ ਤਾਲੁਕ ਇੱਕ ਚੱਲਦਾ ਆ ਰਿਹਾ ਇਹਨਾਂ ਦੇ ਨਾਲ, ਇਹਨਾਂ ਦੇ ਪੂਰੇ ਖਾਨਦਾਨ ਦੇ ਨਾਲ। ਅੱਛਾ ਬਰਕਤ ਸਾਹਿਬ, ਇਹ ਦੱਸੋ ਕਿ ਜਦੋਂ ਤੁਸੀਂ ਮੁਸ਼ਾਇਰੇ ਪੜ੍ਹਦੇ ਹੋ, ਲਾਈਕ ਕੋਈ 14 ਅਗਸਤ ਤੇ 23 ਮਾਰਚ ਦੇ ਵੱਡੇ ਮੁਸ਼ਾਇਰੇ ਹੁੰਦੇ ਨੇ ਡਿਸਟ੍ਰਿਕਟ ਲੈਵਲ ਦੇ, ਤਾਂ ਉੱਥੇ ਤੁਹਾਨੂੰ ਬਹੁਤ ਜ਼ਿਆਦਾ ਦਾਦ ਜਦੋਂ ਮਿਲਦੀ ਹੈ ਤੁਹਾਡੇ ਕਲਾਮ ਦੇ ਉੱਪਰ, ਲੋਕ ਪਸੰਦ ਕਰਦੇ ਨੇ ਔਰ ਤੁਹਾਨੂੰ ਡਾਈਸ ਛੱਡ ਕੇ ਜਾਣ ਨਹੀਂ ਦਿੰਦੇ, ਮਾਈਕ ਤੇ ਵਾਪਸ ਬੁਲਾਉਂਦੇ ਨੇ, ਉਦੋਂ ਫਿਰ ਕੀ ਫੀਲਿੰਗਸ, कैसा लगता है उस टाइम पे? देखो खुशी महसूस होती है। और ਜਦੋਂ ਕਿਸੇ ਨੂੰ ਕੋਈ ਇੱਜ਼ਤ ਦਿੰਦਾ ਹੈ ਔਰ ਕਿਸੇ ਗੱਲ ਤੋਂ ਹੀ ਦਿੰਦਾ ਹੈ, ਤੇ ਜਦੋਂ ਇੱਜ਼ਤ ਮਿਲਦੀ ਹੈ ਤੇ ਹਰ ਬੰਦੇ ਨੂੰ ਖੁਸ਼ੀ ਹੁੰਦੀ ਹੈ। ਜਿਹਨੂੰ ਇੱਜ਼ਤ ਮਿਲੇ ਉਹਨੂੰ ਖੁਸ਼ੀ ਕਿਉਂ ਨਹੀਂ ਹੋਣੀ? ਔਰ ਅੱਲਾ ਦਾ ਸ਼ੁਕਰ ਅਦਾ ਕਰੀਦਾ ਹੈ ਕਿ ਰੱਬ ਨੇ ਅਨਪੜ੍ਹ ਹੋਣ ਦੇ ਬਾਵਜੂਦ ਜਿਹੜਾ ਹੈਗਾ ਨਾ, ਰੱਬ ਨੇ ਇੰਨੀ ਇੱਜ਼ਤ ਦਿੱਤੀ ਹੈ ਕਿ ਅੱਜ ਪੜ੍ਹੇ ਲਿਖਿਆਂ ਦੇ ਵਿੱਚ ਵੀ ਅਸੀਂ ਆਪਣੇ ਆਪ ਨੂੰ ਮਨਵਾ ਸਾਬਿਕ ਕਿਤਾਬ ਬਹੁਤ ਸਭ ਤੋਂ ਵੱਡੀ ਸਾਬਿਕ ਕਿਤਾਬ ਆ। ਤੇ ਜਸ਼ਨ ਆਜ਼ਾਦੀ ਤੋਂ ਮੈਨੂੰ ਯਾਦ ਆ ਗਿਆ, ਮੈਂ ਨਜ਼ਮ ਤੁਹਾਨੂੰ ਸੁਣਾਉਣਾ ਜਸ਼ਨ ਆਜ਼ਾਦੀ ਦੇ ਮੌਜੂ ਤੇ। ਨਜ਼ਮ ਦਾ ਨਾਂ ਹੈ ਅੱਜ ਦਿਨ ਹੈ ਜਸ਼ਨ ਆਜ਼ਾਦੀ ਦਾ। ਇਹ ਦੇਸ਼ ਸਾਨੂੰ ਕਿੰਜ ਮਿਲਿਆ ਹੈ, ਕਦੀ ਸੋਚਿਆ? ਕਦੀ ਸੋਚਿਆ? ਫੁੱਲ ਗੁਲਸ਼ਨ ਵਿੱਚ ਕਿੰਜ ਖਿਲਿਆ ਹੈ, ਕਦੀ ਸੋਚਿਆ? ਕਦੀ ਸੋਚਿਆ? ਅਸਾਂ ਬੜੀਆਂ ਜਾਨਾਂ ਦਿੱਤੀਆਂ ਨੇ, ਫਿਰ ਕਿਧਰੇ ਦੇਸ਼ ਇਹ ਮਿਲਿਆ ਹੀ, ਬੜਾ ਲਹੂ ਪਿਲਾਇਆ ਧਰਤੀ ਨੂੰ, ਤਾਂ ਜਾ ਕੇ ਫੁੱਲੇ ਖਿਲਿਆ ਹੀ। ਕਦੀ ਸੋਚਿਆ? ਕਦੀ ਸੋਚਿਆ ਕਰ? ਕਈ ਦੁੱਧ ਪੀਂਦੇ ਪੁੱਤ ਸੁੱਟ ਦਿੱਤੇ ਸਨ ਆਪਣੇ ਹੱਥੀ ਮਾਵਾਂ ਨੇ, ਜਿਹੜੇ ਤੜਪ ਕੇ ਮਰ ਗਏ ਸਨ ਉਹ ਲਾਸ਼ੇ ਖਾਦੇ ਕਾਵਾਂ ਨੇ। ਕਈ ਭੈਣਾਂ ਉੱਥੇ ਛੱਡ ਦਿੱਤੀਆਂ, ਕਈ ਆਪਣੇ ਹੱਥੀ ਵੱਢ ਦਿੱਤੀਆਂ, ਜਿਨ੍ਹਾਂ ਆਪਣੀ ਇੱਜ਼ਤ ਦੀ ਖਾਤਰ ਖੂਹਾਂ ਵਿੱਚ ਛਾਲਾਂ ਮਾਰੀਆਂ ਸਨ ਆਪਣੇ ਸੱਕੇ ਵੀਰਾਂ ਨੂੰ। ਉਹ ਭੈਣਾਂ ਕਿੰਨੀਆਂ ਪਿਆਰੀਆਂ ਸਨ। ਕਦੀ ਸੋਚਿਆ? ਕਦੀ ਸੋਚਿਆ ਕਰ? ਸਾਨੂੰ ਕੁਝ ਵੀ ਤੇ ਹੁਣ ਯਾਦ ਨਹੀਂ, ਅਸੀਂ ਸਾਰਾ ਕੁਝ ਹੀ ਭੁੱਲ ਗਏ ਹਾਂ। ਅਸਾਂ ਫੁੱਲਾਂ ਵਾਂਗੂ ਵਸਣਾ ਸੀ, ਕਿਉਂ ਕੰਡਿਆਂ ਵਾਂਗੂ ਰੁਲ ਗਏ? ਕਦੀ ਸੋਚਿਆ? ਕਦੀ ਸੋਚਿਆ ਕਰ? ਇਹ ਸੋਚ ਕੇ ਇੱਥੇ ਆਏ ਸਾਂ, ਅਸਾਂ ਸੁੱਖ ਦੀ ਨੀਂਦਰ ਸੋਵਾਂਗੇ, ਬਸ ਹਾਸੇ ਹੀ ਹਾਸੇ ਹੋਣਗੇ, ਅਸੀਂ ਫਿਰ ਕਦੀ ਨਹੀਂ ਰੋਵਾਂਗੇ। ਹਰ ਦੂਜੇ ਘਰ ਵਿੱਚ ਹੁਣ ਯਾਰੋ ਬਾਲ ਆਣੇ ਰੋਂਦੇ ਨੇ, ਰੋਟੀ ਦੀ ਬੁਰਕੀ ਲੱਭਦੀ ਨਹੀਂ, ਹਰ ਰੋਜ਼ ਹੀ ਭੁੱਖੇ ਸੌਂਦੇ ਨੇ। ਤੂੰ ਕਾਹਦੇ ਜਸ਼ਨ ਮਨਾਉਣਾ ਹੈ, ਕਿਸ ਗੱਲ ਤੇ ਭੰਗੜੇ ਪਾਉਣਾ ਹੈ? ਕਦੀ ਸੋਚਿਆ? ਕਦੀ ਸੋਚਿਆ ਕਰ? ਜਿਸ ਦੀਨ ਲਈ ਦੇਸ਼ ਮਿਲਿਆ ਸੀ ਉਸ ਦੀਨ ਤੋਂ ਪਿੱਛੇ ਹਟ ਗਏ ਹਾਂ। ਹੁਣ ਕੁਫਰ ਤਰੱਕੀ ਕਰ ਰਿਹਾ ਹੈ, ਅਸੀਂ ਅੱਗੇ ਤੋਂ ਵੀ ਘਟ ਗਏ ਹਾਂ। ਇੱਕ ਮੁੱਠ ਹੋ ਕੇ ਅਸਾਂ ਰਹਿਣਾ ਸੀ, ਕਿਉਂ ਟੋਲਿਆਂ ਦੇ ਵਿੱਚ ਵਟ ਗਏ? ਕਦੀ ਸੋਚਿਆ? ਕਦੀ ਸੋਚਿਆ ਕਰ? ਬਰਤਾਨੀਆ ਕੋਲੋਂ ਛੁੱਟੇ ਸਾਂ, ਅਮਰੀਕਾ ਹੱਥੇ ਚੜ ਗਏ ਹਾਂ। ਗੁਲਾਮੀ ਦੀ ਇਸ ਅੱਗ ਦੇ ਵਿੱਚ ਅਸੀਂ ਅੰਦਰੋਂ ਅੰਦਰੀ ਸੜ ਗਏ ਹਾਂ। ਹੁਣ ਉਹਦੀ ਮੰਨਣੀ ਪੈਂਦੀ ਏ, ਆਪਣੀ ਮਰਜ਼ੀ ਕਰ ਨਹੀਂ ਸਕਦੇ। ਜ਼ਾਲਮ ਚਾਬਰ ਗੁੰਡਿਆਂ ਦੇ ਨਾਲ ਹੱਕ ਦੀ ਜੰਗ ਵੀ ਲੜ ਨਹੀਂ ਸਕਦੇ। ਇਹ ਕਾਹਦੀ ਯਾਰ ਆਜ਼ਾਦੀ ਏ, ਇਹਦਾ ਨਾਂ ਆਜ਼ਾਦੀ ਏ। ਕਦੀ ਸੋਚਿਆ ਹੈ? ਕਦੀ ਸੋਚਿਆ ਕਰ? ਆ ਦੀਨ ਤੇ ਪੱਕੇ ਹੋ ਜਾਈਏ, ਈਮਾਨ ਤੇ ਪੱਕੇ ਹੋ ਜਾਈਏ। ਇਹਨਾਂ ਨਹਿਲਿਆਂ ਦਹਿਲਿਆਂ ਗੋਲਿਆਂ ਲਈ ਅਸਾਂ ਹੁਕਮ ਦੇ ਯੱਕੇ ਹੋ ਜਾਈਏ। ਜੇ ਰੂਸ ਦੇ ਟੋਟੇ ਕੀਤੇ ਸਨ, ਅਮਰੀਕਾ ਵੀ ਨਹੀਂ ਛੱਡਾਂਗੇ। ਕਸ਼ਮੀਰ ਲਵਾਂਗੇ ਤਾਕਤ ਨਾਲ,
ਇੰਡੀਆ ਨੂੰ ਇੱਥੋਂ ਕੱਢਾਂਗੇ। ਇਨਸ਼ਾਅੱਲਾ ਇੱਕ ਦਿਨ ਆਵੇਗਾ, ਅਸੀਂ ਕੁਫਰ ਨੂੰ ਜੜ ਤੋਂ ਵੱਢਾਂਗੇ, ਫਿਰ ਦੀਨ ਇਸਲਾਮ ਦੇ ਝੰਡੇ ਨੂੰ ਹਰ ਪਾਸੇ ਜਾ ਕੇ ਕੱਢਾਂਗੇ, ਫਿਰ ਰਲ ਕੇ ਜਸ਼ਨ ਮਨਾਵਾਂਗੇ, ਨਾਲੇ ਗੀਤ ਖੁਸ਼ੀ ਦੇ ਗਾਵਾਂਗੇ। ਇਹ ਦਿਨ ਬਰਕਤ ਜਦ ਆਵੇਗਾ, ਅਸੀਂ ਸਭ ਨੂੰ ਇਹ ਸਮਝਾਵਾਂਗੇ, ਇਹ ਦਿਨ ਹੈ ਜਸ਼ਨ ਆਜ਼ਾਦੀ ਦਾ, ਅੱਜ ਦਿਨ ਹੈ ਜਸ਼ਨ ਆਜ਼ਾਦੀ ਦਾ, ਅੱਜ ਦਿਨ ਹੈ ਜਸ਼ਨ ਆਜ਼ਾਦੀ ਦਾ। ਬਹੁਤ ਜਿਹੜੀ ਇਹ ਵਾਲੀ ਨਜ਼ਮ ਹੈ, ਤੇ ਤੁਸੀਂ ਜਦੋਂ ਵੀ ਪੜ੍ਹਦੇ ਹੋ ਜਿਸ ਮੁਸ਼ਾਇਰੇ 'ਚ ਤੁਹਾਨੂੰ ਸਭ ਤੋਂ ਜ਼ਿਆਦਾ ਦਾਦ ਮਿਲਦੀ ਹੈ ਨਾ, ਤੇ ਬੜੀ ਖੁਸ਼ੀ ਹੁੰਦੀ ਸਾਨੂੰ ਵੀ ਸੁਣ ਕੇ ਉਦੋਂ। ਦੇਖੋ ਨਾ, ਇਹ ਅਸਲ ਦੇ ਵਿੱਚ ਨਾ ਇਹ ਬੀਤੀ ਹੋਈ ਕਹਾਣੀ ਹੈ। ਕਈ ਸੱਚੀਆਂ ਗੱਲਾਂ ਲੋਕ ਨੇ। ਐਸੇ ਬੈਠੇ ਹੁੰਦੇ ਨੇ ਜਿਹੜੇ ਉੱਥੋਂ ਪਾਕਿਸਤਾਨ ਦੇ ਵਿੱਚ ਉਹਨਾਂ ਆਏ ਦੀਆਂ ਨੇ, ਅੱਖਾਂ ਦੇ ਸਾਹਮਣੇ ਇੰਡੀਆ ਮੰਜ਼ਰ ਚੋਂ। ਘੁੰਮ ਰਿਹਾ ਹੁੰਦਾ ਉਹ ਮੰਜ਼ਰ ਆ ਜਾਂਦਾ ਉਹਨਾਂ ਦੇ ਸਾਹਮਣੇ। ਮੈਂ ਇੱਕ ਦਫਾ ਰੇਡੀਓ ਤੇ FM ਤੇ ਇੰਟਰਵਿਊ ਕਰ ਰਿਹਾ ਸੀ, ਔਰ ਵਕਫੇ ਦੇ ਦੌਰਾਨ ਇੱਕ ਭਾਈ ਨੇ ਫੋਨ ਕੀਤਾ ਕਿ ਯਾਰ ਸਾਡੇ ਬਜ਼ੁਰਗ ਰੋਣ ਲੱਗ ਪਏ ਨੇ। ਇਹ ਸੁਣ ਨਜ਼ਮ, ਕੇ। ਹਾਂ, ਉਹ ਕਹਿੰਦੇ ਵੀ ਸਾਨੂੰ ਨਾ ਉਹਨਾਂ ਨੂੰ ਪੁਰਾਣੀਆਂ ਯਾਦਾਂ ਆ ਗਈਆਂ, ਸਾਰੀ ਕਹਿੰਦੇ ਫਿਲਮ ਚੱਲ ਜਾਂਦੀ ਹੈ ਦੁਬਾਰਾ ਸਾਡੀ। ਦੁਬਾਰਾ ਸੁਣਾਓ। ਮੈਂ ਕਿਹਾ ਵੀ ਠੀਕ ਹੈ, ਦੁਬਾਰਾ ਸੁਣਾ ਦੇਂਗੇ। ਫਿਰ ਉਹ ਐਂਡ ਤੇ ਜਿਹੜਾ ਨਾ ਪ੍ਰੋਗਰਾਮ ਦੁਬਾਰਾ ਦੇ ਸੁਣਾ। ਦੁਬਾਰਾ ਉਹਨਾਂ ਨੇ ਇਹ ਨਜ਼ਮ ਸੁਣੀ ਸੀ। ਤੇ ਨਜ਼ਮ ਵਾਕਈ ਅੱਛਾ, ਬਰਕਤ ਸਾਹਿਬ ਜਿਹੜੇ ਪੰਜਾਬੀ ਲਿਖਣ ਵਾਲੇ ਬਹੁਤ ਘੱਟ ਨੇ। ਹਾਂਜੀ। ਠੀਕ ਹੈ। ਅੱਛਾ, ਪੰਜਾਬੀ ਲਿਖਣ ਵਾਲੇ ਇੱਕ ਦੇ ਘੱਟ ਨੇ, ਦੂਸਰਾ ਪੰਜਾਬੀ ਪੜ੍ਹਨ ਵਾਲੇ ਵੀ ਘੱਟ ਨੇ। ਦੂਸਰੀ ਜਿਹੜੇ ਨਵੇਂ ਆਉਣ ਵਾਲੇ ਸ਼ਾਇਰ ਨੇ, ਉਹਨਾਂ ਵਾਸਤੇ ਤੁਸੀਂ ਕੀ ਕਹੋਗੇ ਕਿ ਉਰਦੂ ਦੇ ਨਾਲ ਨਾਲ ਪੰਜਾਬੀ ਵੀ ਉਹ ਲਿਖਣ, ਜਾਂ ਕੀ ਉਹਨਾਂ ਨੂੰ ਕਰਨਾ ਚਾਹੀਦਾ ਹੈ? ਮੈਂ ਤੇ ਉਹਨਾਂ ਨੂੰ ਇਹੀ ਕਹਾਂਗਾ ਕਿ ਮਾਂ ਬੋਲੀ ਨਹੀਂ ਭੁੱਲਣੀ ਚਾਹੀਦੀ। ਕਿਸੇ ਵੀ ਬੋਲੀ ਨਾਲ ਉਹਨਾਂ ਦਾ ਤਾਲੁਕ ਹੈਗਾ ਨਾ, ਉਸ ਬੋਲੀ ਤੇ ਉਹ ਜ਼ਰੂਰ ਲਿਖਣ, ਭਾਵੇਂ ਉਹ ਪੰਜਾਬੀ ਹੈ, ਭਾਵੇਂ ਉਹ ਸਰਾਇਕੀ ਹੈ, ਭਾਵੇਂ ਪਸ਼ਤੋ ਹੈ, ਜਿੰਨੀਆਂ ਵੀ ਲੋਕਲ ਲੈਂਗੁਏਜ ਨੇ, ਹਾਂਜੀ, ਮੁਕਾਮੀ ਜਿੰਨੀਆਂ ਵੀ ਜ਼ਬਾਨਾਂ ਨੇ। ਜੋ ਮਜ਼ਾ ਕਰਾਂਦਾ ਬੰਦਾ ਜਦੋਂ ਆਪਣੀ ਬੋਲੀ ਦੇ ਵਿੱਚ ਅੱਛੇ ਲਫ਼ਜ਼, ਅੱਛੇ ਸ਼ੇਰ ਕਹਿ ਜਾਣ ਨਾ, ਉਹ ਬੋਲੀ ਬੋਲਣ ਵਾਲਿਆਂ ਤੇ ਉਹ ਅਸਰ ਕਰਦੇ ਨੇ। ਤੇ ਪੰਜਾਬੀ, ਅਸੀਂ ਪੰਜਾਬੀ ਬੋਲਦੇ ਆ, ਤੇ ਪੰਜਾਬੀ ਸੁਣਨ ਵਾਲੇ ਜਿਹੜੇ ਆ ਉਹ ਫਿਰ ਸਾਡੀਆਂ ਪੰਜਾਬੀ ਸ਼ਾਇਰੀ ਨੂੰ, ਉਹਨਾਂ ਨੂੰ ਅੱਛਾ ਲੱਗਦਾ ਹੈ। ਉਰਦੂ ਜਿਹਨੇ ਨਹੀਂ ਸਮਝਦੇ ਪੰਜਾਬੀ ਨੂੰ, ਉਹਨਾਂ ਨੂੰ ਸਾਡੀ ਸ਼ਾਇਰੀ ਦਾ ਕੀ ਸਮਝ ਲੱਗਣੀ ਹੈ? ਜਾਂ ਪੰਜਾਬੀ ਜਿਹੜੇ ਸਿਰਫ ਬੋਲਦੇ ਨੇ, ਉਰਦੂ ਨਹੀਂ ਬੋਲਦੇ, ਉਹਨਾਂ ਨੂੰ ਉਰਦੂ ਵਾਲਿਆਂ ਦੀ ਕੀ ਸਮਝ ਲੱਗਣੀ ਹੈ? ਸਹੀ। ਜਿਹੜੇ ਪੜ੍ਹੇ ਲਿਖੇ ਲੋਕ ਨੇ, ਜਿਹੜੇ ਉਰਦੂ ਨੂੰ ਵੀ ਸਮਝਦੇ ਨੇ, ਪੰਜਾਬੀ ਨੂੰ ਵੀ ਸਮਝਦੇ ਨੇ, ਉਹ ਤੇ ਫਿਰ ਸਮਝ ਲੈਂਦੇ ਨੇ। ਲੇਕਿਨ ਕੁਝ ਲੋਕ ਐਸੇ ਵੀ ਹੈ ਨੇ ਇਸ ਦੌਰ ਕੀ ਹਰ ਦੌਰ ਤੋਂ ਹੀ ਇਸ ਤਰ੍ਹਾਂ ਆ ਰਿਹਾ ਕਿ ਹਰ ਤਬਕੇ ਦੇ ਵਿੱਚ ਇਹ ਲੋਕ ਹੈਗੇ ਨੇ ਜਿਹੜੇ ਪੰਜਾਬੀ ਨੇ ਤੇ ਉਰਦੂ ਨੂੰ ਨਹੀਂ ਸਮਝਦੇ, ਜਾਂ ਉਰਦੂ ਨੇ ਤੇ ਪੰਜਾਬੀ ਨੂੰ ਨਹੀਂ ਸਮਝਦੇ। ਉਹ ਕਹਿੰਦੇ ਨੇ ਇਹ ਕੀ ਕਹੀ ਜਾਣ ਡੇ। ਪਰ ਖਾਸ ਕਰ ਜਿਹੜੇ ਹੁਣ ਸਾਡੇ ਅੱਜ ਕੱਲ ਦੇ ਦੌਰ ਦੇ ਬੱਚੇ ਨੇ, ਉਹਨਾਂ ਨੂੰ ਬਿਲਕੁਲ ਵੀ ਨਾ ਪਤਾ ਹੀ ਨਹੀਂ ਉਹਨਾਂ ਨੂੰ ਦੇਖੋ ਨਾ, ਬਹੁਤ- ਭਾਵੇਂ ਪੰਜਾਬੀ ਘਰਾਨਾ ਹੈ, ਉਹ ਮਾਂ ਬੋਲੀ ਨੂੰ ਭੁਲਾਈ ਜਾ ਰਹੇ ਨੇ, ਉਰਦੂ ਦੇ ਵਿੱਚ ਗੱਲਾਂ ਕਰਦੇ ਨੇ, ਭਾਵੇਂ ਬੋਲਣੀ ਨਾ ਆਵੇ ਮਾਂ ਪਿਓ ਨੂੰ ਵੀ, ਲੇਕਿਨ ਉਹ ਬੱਚਿਆਂ ਦੇ ਨਾਲ ਉਰਦੂ ਬੋਲਦੇ ਨੇ। ਤੇ ਸਾਡੇ ਬੱਚੇ ਜਿਹੜੇ ਹੈਗੇ ਨਾ ਉਰਦੂ ਬੋਲਣ, ਇੰਗਲਿਸ਼ ਬੋਲਦੇ ਨੇ, ਇੰਗਲਿਸ਼ ਮੀਡੀਅਮ ਸਕੂਲ ਆ ਗਏ ਨੇ, ਹੁਣ ਪਤਾ ਹੀ ਨਹੀਂ ਲੱਗਦਾ। ਅਸੀਂ ਕਈ ਦਫਾ ਆਪਣੇ ਬੱਚਿਆਂ ਦੇ ਨਾਲ ਕਈ ਦਫਾ 99 ਜਾਂ ਕਿੰਨੇ ਪੈਸੇ ਲੈ ਕੇ ਆਇਆ, 90 ਲੈ ਆਇਆ ਕਿ 88 ਲੈ ਆਇਆ, ਕਿੰਨੇ ਲਿਆ, ਉਹ ਕਹਿੰਦੇ ਉਹ ਕੀ ਹੁੰਦੇ ਆ ਪਾਪਾ? 88 ਦਾ ਪਤਾ ਉਹਨੂੰ, ਹਾਂਜੀ, ਉਹ ਕੀ ਹੁੰਦੇ ਨੇ ਪਾਪਾ? ਇਹ ਅਲਮੀਆਂ ਨੇ ਸਾਡਾ ਨਾ, ਇਹ ਅਲਮੀਆਂ। ਬਹੁਤ ਸਹੀ, ਬਹੁਤ ਬੜਾ। ਬਹੁਤ ਸ਼ੁਕਰੀਆ ਬਰਕਤ ਸਾਹਿਬ, ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ। ਦੋਸਤੋ, ਅੱਜ ਦਾ ਪ੍ਰੋਗਰਾਮ ਸੀ ਸਾਡਾ ਸ਼ੇਰ ਅਦਬ ਦੇ ਵਿੱਚ। ਸਾਨੂੰ ਬਰਕਤੁੱਲਾ ਬਰਕਤ ਸਾਹਿਬ ਪੰਜਾਬੀ ਸ਼ਾਇਰ ਨੇ, ਵਿਹਾੜੀ ਦਾ ਇੱਕ ਬੜਾ ਨਾਮ ਨੇ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ। ਪ੍ਰੋਗਰਾਮ ਸਾਡਾ ਸੀ ਜਿਹੜਾ, ਉਹ ਅਸੀਂ ਜਿਹੜੇ ਵਿਹਾੜੀ ਦੇ ਲੋਕਲ, ਵਿਹਾੜੀ ਦੇ ਨਾਲ ਬਿਲੋਂਗ ਕਰਨ ਵਾਲੇ, ਵਿਹਾੜੀ ਦੇ ਨਾਲ ਤਾਲੁਕ ਰੱਖਣ ਵਾਲੇ, ਵਿਹਾੜੀ ਦੇ ਨਾਲ ਜੁੜੇ ਹੋਏ ਸ਼ਾਇਰ ਨੇ, ਉਹਨਾਂ ਨੂੰ ਸ਼ੇਰੋ ਅਦਬ ਆਪਣੇ ਜਿਹੜੇ ਪ੍ਰੋਗਰਾਮ ਵੇ ਉਹਦੇ ਵਿੱਚ ਸ਼ਾਮਿਲ ਕਰ ਰਹੇ ਹਾਂ, ਤਾਂ ਕਿ ਪੂਰੀ ਦੁਨੀਆ ਵਿੱਚ ਲੋਕ ਸੋਸ਼ਲ ਮੀਡੀਆ, ਸਪੈਸ਼ਲੀ YouTube ਦੇ ਉੱਪਰ ਸਾਡੇ ਵਿਹਾੜੀ ਦੇ ਨਾਲ ਤਾਲੁਕ ਰੱਖਣ ਵਾਲੇ ਸ਼ਾਇਰਾਂ ਨੂੰ ਵੀ ਸਰਚ ਕਰਨ, ਔਰ ਉਹਨਾਂ ਨੂੰ ਉੱਥੇ ਨਾ ਸਿਰਫ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਨ, ਬਲਕਿ ਉਹਨਾਂ ਦਾ ਕਲਾਮ ਵੀ ਸੁਣ ਸਕਣ। ਸ਼ੇਰੋ ਅਦਬ ਦੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਇਨਸ਼ਾਅੱਲਾ ਬਹੁਤ ਜਲਦ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਏਗੀ, ਕਿਸੇ ਨਵੀਂ ਸ਼ਖਸੀਅਤ ਦੇ ਨਾਲ। ਤੇ ਉਦੋਂ ਤੱਕ, ਇੱਕ ਨਵੇਂ ਪ੍ਰੋਗਰਾਮ ਤੱਕ ਆਪਣੇ ਮੇਜ਼ਬਾਨ ਅਹਿਸਾਨ ਬਾਰੀ ਨੂੰ ਦਿਓ ਇਜਾਜ਼ਤ। ਤੇ ਇਨਸ਼ਾਅੱਲਾ ਬਹੁਤ ਜਲਦ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੁੰਦੀ ਹੈ। ਖੁਦਾ ਹਾਫਿਜ਼।